Please subscribe my YouTube channel and press the bell icon. राम पदारथ पाई कै कबीरा गांठ ना खोल। सतगुरु कबीर जी महाराज इस श्लोक विच बड़े कमाल दी विचार दे रहे ने कि ऐ कबीर, जेकर तू राम नाम दा पदारथ, राम नाम दा धन पा लिया है, ये किसे दे अगे इस पदार्थ दी, इस धन दी गंढ खोली ना। राम पदार्थ पाई कै कबीरा गांठ ना खोल। हुण कबीर साहब नूं पुछिए कि पातशाह, ए गुरु दे पातशाह, बे की गल है, तुसीं इहो जिहा बोल क्यों बोल रहे हो कि राम पदार्थ पा के किसे दे अगे गंढ खोली ना। इहदा कारण की है? ते सतगुर जवाब देणगे, राम पदार्थ पाई कै कबीरा गांठ ना खोल, नहीं पटन नहीं पार खो। पहली गल ते इहो जिहा कोई शहर ही नहीं है जिस शहर विच नाम दा व्यापारी होवे, नाम दी दौलत कोई खरीदण वाला होवे, कोई वणज करन वाला होवे। नहीं पटन नहीं पार खो। जेकर कोई शहर मिल भी जावे तां कबीर साहब कहंदे ने कि इस धन दा, इस हीरे दा, इस पदार्थ दा कोई पारख ही नहीं है। नहीं पटन नहीं पारखू, नहीं गाहक नहीं मोल। इस पदार्थ नूं खरीदण वाला कोई गाहक नहीं है। ते जेकर कोई गाहक मिल भी जावे, जे कोई शहर, कोई पटन, कोई बाजार मिल भी जावे तां सतगुर आखदे ने कि नहीं मोल, फिर वो इस चीज़ का मुल नहीं देना चाहता। राम दे नाम का जो मुल है वो चुका नहीं सकता। हुण सवाल खड़ा हो जाता कि राम दे नाम का मुल है की चीज़ दे के राम का नाम मुल मिलता है। सतगुर आखदे ने कि कंचन स्यों पाइए नहीं तोल, मन दे राम लिया है। मन दे के अपना आप, अपना हौमे, अपना हंकार दे के उस राम का नाम मुल लिया है। ਇਹੋ ਜਿਹੇ ਸਤਿਗੁਰਦੇਵ ਪਾਤਸ਼ਾਹ ਸਤਿਗੁਰ ਕਬੀਰ ਜੀ ਦਾ ਆਪਾਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਤਿਗੁਰ ਕਬੀਰ ਅਤੇ ਸਤਿਗੁਰ ਰਵਿਦਾਸ ਮਹਾਰਾਜ, ਇਹ ਇੱਕ ਕ੍ਰਾਂਤੀ, ਜੋ ਕ੍ਰਾਂਤੀ ਦੀ ਫੁਲਵਾੜੀ ਹੈ, ਉਹਦੇ ਬਹੁਤ ਦੋ ਅਨਮੋਲ ਫੁੱਲ ਨੇ। ਦੇਖੋ, ਪ੍ਰਕਾਸ਼ ਵੀ ਇਹਨਾਂ ਦਾ ਉਸ ਜਗ੍ਹਾ ਤੇ ਹੋਇਆ ਜਿਹੜਾ ਬ੍ਰਾਹਮਣਵਾਦ ਦਾ ਗੜ੍ਹ ਸੀ, ਜਿੱਥੋਂ ਬ੍ਰਾਹਮਣਵਾਦ ਦੀ ਵਿਚਾਰਧਾਰਾ ਆਰੰਭ ਹੁੰਦੀ ਸੀ, ਜਿੱਥੋਂ ਕਾਨੂੰਨ ਪਾਸ ਹੁੰਦੇ ਸਨ ਤੇ ਸਾਰੇ ਭਾਰਤ ਵਿੱਚ ਫਿਰ ਉਹ ਲਾਗੂ ਹੁੰਦੇ ਸਨ। ਬ੍ਰਾਹਮਣਾਂ ਦੇ ਗੜ੍ਹ ਵਿੱਚ, ਬ੍ਰਾਹਮਣਵਾਦ ਦੇ ਗੜ੍ਹ ਵਿੱਚ ਦੋ ਬੁਲੰਦ ਆਵਾਜ਼ਾਂ ਉਸ ਸਮੇਂ ਉੱਠੀਆਂ ਇੱਕੋ ਟਾਈਮ, ਸਮਕਾਲੀ। ਇੱਕ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਤੇ ਦੂਸਰੀ ਸਤਿਗੁਰ ਕਬੀਰ ਜੀ ਮਹਾਰਾਜ ਦੀ ਆਵਾਜ਼ ਉੱਠੀ, ਜਿਨ੍ਹਾਂ ਨੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਇਹ ਦੋ ਆਵਾਜ਼ਾਂ ਬੜੀਆਂ ਬੁਲੰਦ ਸਨ। ਤੇ ਇਹ ਵੀ ਸੱਚ ਹੈ ਕਿ ਬ੍ਰਾਹਮਣਵਾਦ ਨੇ ਵੀ ਇਹਨਾਂ ਦੀ ਆਵਾਜ਼ ਦੱਬਣ ਵਿੱਚ ਕੋਈ ਕਸਰ ਨਹੀਂ ਛੱਡੀ, ਇਹਨਾਂ ਦਾ ਜੀਵਨ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਉਦਾਹਰਨ ਦੇ ਤੌਰ ਤੇ ਸਤਿਗੁਰ ਕਬੀਰ ਜੀ ਦੇ ਮਹਾਰਾਜ ਦੇ ਨਾਲ, ਸਤਿਗੁਰ ਕਬੀਰ ਜੀ ਮਹਾਰਾਜ ਦੇ ਜੀਵਨ ਦੇ ਨਾਲ, ਇਹਨਾਂ ਦੇ ਜਨਮ ਦੇ ਨਾਲ ਇੱਕ ਮਨ ਘੜੰਤ ਕਹਾਣੀ ਜੋੜੀ ਗਈ ਹੈ। ਭਗਤ ਮਾਲ ਅਨੰਤ ਦਾਸ ਵੈਸ਼ਨਵ, ਜੋ ਰਾਮਾਨੰਦ ਦੇ ਚੇਲੇ ਸਨ, ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ 40-50 ਕੁ ਸਾਲ ਦੇ ਕਰੀਬ ਦੇ ਸਮੇਂ ਵਿੱਚ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ, ਭਗਤ ਮਾਲ। ਤੇ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਮਨ ਘੜੰਤ ਕਹਾਣੀਆਂ ਲਿਖੀਆਂ, ਘੜੀਆਂ ਗਈਆਂ ਕਿ ਸਤਿਗੁਰ ਕਬੀਰ ਤੇ ਸਤਿਗੁਰ ਰਵਿਦਾਸ ਮਹਾਰਾਜ ਇਹ ਅਸਲ ਵਿੱਚ ਬ੍ਰਾਹਮਣ ਹੀ ਸਨ। ਇਹ ਤਾਂ ਕਿਸੇ ਨਾ ਕਿਸੇ ਕਾਰਨ ਜਾਂ ਸ਼ਰਾਪ ਕਾਰਨ ਇਹਨਾਂ ਨੂੰ ਸ਼ੂਦਰਾਂ ਦੇ ਵਿੱਚ ਪੈਦਾ ਹੋਣਾ ਪਿਆ। ਜਿੱਥੇ ਸਤਿਗੁਰ ਰਵਿਦਾਸ ਮਹਾਰਾਜ ਨਾਲ ਜੋੜੀਆਂ ਨੇ, ਉਹ ਅੱਜ ਆਪਾਂ ਵਿਚਾਰ ਨਹੀਂ ਕਰਾਂਗੇ ਕਿਉਂਕਿ ਆਪਣਾ ਵਿਸ਼ਾ ਸਤਿਗੁਰ ਕਬੀਰ ਜੀ ਦਾ ਹੈ। ਸਤਿਗੁਰ ਕਬੀਰ ਜੀ ਦੇ ਜੀਵਨ ਦੇ ਨਾਲ ਇੱਕ ਕਹਾਣੀ ਜੋ ਆਮ ਪ੍ਰਚਲਿਤ ਹੈ, ਉਹ ਇਹ ਹੈ ਕਿ ਸਤਿਗੁਰ ਕਬੀਰ ਜੀ ਕਹਿੰਦੇ ਨੇ ਕਿ ਇਹਨਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਜਾਂ ਕੁਵਾਰੀ ਬ੍ਰਾਹਮਣੀ ਦੀ ਕੁੱਖੋਂ ਹੋਇਆ ਸੀ।
ਉਹ ਕਿਸ ਤਰ੍ਹਾਂ ਹੋਇਆ ਕਿ ਇੱਕ ਵਾਰ ਉਹ ਬ੍ਰਾਹਮਣੀ ਲੜਕੀ ਰਾਮਾਨੰਦ ਜੀ ਨੂੰ ਉਹਨਾਂ ਦੇ ਡੇਰੇ ਗਈ, ਨਮਸਕਾਰ ਕਰਨ ਗਈ। ਕਹਿੰਦੇ ਕਿ ਰਾਮਾਨੰਦ ਜੀ ਨੇ ਧਿਆਨ ਦਿੱਤਾ ਨਹੀਂ, ਵੀ ਵਿਧਵਾ ਏ ਜਾਂ ਕੁਆਰੀ ਏ। ਕਹਿੰਦੇ ਨੇ ਕਿ ਵਰ ਦੇ ਦਿੱਤਾ, ਤੇਰੀ ਗੋਦ ਹਰੀ ਭਰੀ ਰਹੇ। ਦੇਖੋ ਇੱਥੋਂ ਕਿਤਨੀ ਇੱਕ ਮੂਰਖਤਾ ਝਲਕ ਰਹੀ ਹੈ ਵੀ ਇਸ ਤਰ੍ਹਾਂ ਬਿਨਾਂ ਦੇਖੇ ਬਿਨਾਂ ਸੋਚੇ ਸਮਝੇ ਕਿਸੇ ਨੂੰ ਕੋਈ ਵਰ ਦੇ ਦੇਣਾ। ਇਸ ਤਰ੍ਹਾਂ ਇਹ ਕਹਾਣੀ ਜੋੜ ਦਿੱਤੀ ਕਿ ਉਸ ਕਰਕੇ ਉਸ ਬੱਚੀ ਦੇ ਜੋ ਔਲਾਦ ਹੋਈ ਉਹਨੂੰ ਉਹ ਲੋਕ ਲੱਜਾ ਦੀ ਮਾਰੀ ਜਾਂ ਸ਼ਰਮ ਦੀ ਮਾਰੀ ਇੱਕ ਤਲਾਬ ਦੇ ਕਿਨਾਰੇ ਸੁੱਟ ਗਈ। ਉੱਥੇ ਨੀਰੂ ਨੀਮਾ ਜੁਲਾਹੇ ਨੇ ਉਹਨਾਂ ਨੂੰ ਚੁੱਕ ਕੇ ਪਾਲਿਆ, ਉਹਨਾਂ ਦੀ ਪਰਵਰਿਸ਼ ਕੀਤੀ, ਜੋ ਕਿ ਸਰਾਸਰ ਇੱਕ ਝੂਠ ਤੇ ਮਨ ਘੜੰਤ ਕਹਾਣੀ ਹੈ ਜਿਹਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਨੀਰੂ ਨੀਮਾ ਇਹ ਕਬੀਰ ਸਾਹਿਬ ਦੇ ਅਸਲ ਮਾਂ-ਬਾਪ ਸਨ ਤੇ ਜੁਲਾਹੇ ਮੁਸਲਮਾਨ ਜੁਲਾਹੇ ਸਨ। ਇਹਦਾ ਸਬੂਤ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਤੋਂ ਵੀ ਸਾਫ਼ ਮਿਲ ਜਾਂਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਕਬੀਰ ਸਾਹਿਬ ਦੇ ਜਦੋਂ ਪਰਿਵਾਰ ਦਾ ਜ਼ਿਕਰ ਕਰਦੇ ਨੇ ਨਾ, ਉਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਜਾ ਕੇ ਈਦ ਬਕਰੀਦ ਕੁਲ ਗਊਰੇ ਬਦ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ, ਤਹਿੋ ਤੈ ਲੋਕ ਪ੍ਰਸਿੱਧ ਕਬੀਰ। ਕਹਿੰਦੇ ਨੇ ਕਿ ਜਿਨ੍ਹਾਂ ਦੇ ਈਦ ਬਕਰੀਦ ਦੇ ਸਮੇਂ ਗਊਆਂ ਵੜਦੇ ਨੇ, ਮੀਟ ਛਕਦੇ ਨੇ, ਇਹੋ ਜਿਹੇ ਪਰਿਵਾਰ ਵਿੱਚ ਕਬੀਰ ਸਾਹਿਬ ਦੇ ਜੋ ਪਿਛੋਕੜ ਦਾਦੇ ਪਰਦਾਦੇ ਸਨ, ਇਹੋ ਜਿਹੇ ਕਰਮਾਂ ਦੇ ਨਾਲ ਜੁੜੇ ਸਨ, ਸ਼ੇਖ ਸ਼ਹੀਦ ਪੀਰਾਂ ਨੂੰ ਮੰਨਦੇ ਸਨ। ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਬੀਰ ਸਾਹਿਬ ਮੁਸਲਮਾਨ ਜੁਲਾਹੇ ਸਨ। ਸਤਿਗੁਰੂ ਰਵਿਦਾਸ ਮਹਾਰਾਜ ਇਸ ਗੱਲ ਦੀ ਹਾਮੀ ਭਰਦੇ ਤੇ ਇੱਕ ਇਹਨਾਂ ਦੇ ਜੀਵਨ ਦੇ ਨਾਲ ਆ ਜਿਹੜੀਆਂ ਕਹਾਣੀਆਂ ਜੋੜੀਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਤੇ ਕਬੀਰ ਜੀ ਕਿ ਇਹ ਰਾਮਾਨੰਦ ਦੇ ਸ਼ਿਸ਼ ਸਨ। ਇਹ ਵੀ ਦਰਅਸਲ ਬਿਲਕੁਲ ਅਸਤ ਹੈ। ਕਿਤੇ ਵੀ ਕਬੀਰ ਸਾਹਿਬ ਦੀ ਬਾਣੀ ਵਿੱਚ ਇਹ ਜ਼ਿਕਰ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਤੇ ਜਿਹੜੀ ਬਾਹਰ ਵੀ ਇਹਨਾਂ ਦੀ ਬੀਜਕ ਨਾਮਕ ਗ੍ਰੰਥ ਹੈ, ਦੇਖੋ ਸਤਿਗੁਰ ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰਾ ਜੋ ਗੁਰੂ ਹੈ ਉਹ ਵਿਵੇਕ ਹੈ, ਉਹ ਗਿਆਨ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਭਾਵ ਜਿਹਦਾ ਨਾਮ ਗਿਆਨ ਹੈ ਤੇ ਗਿਆਨ ਸਾਰੇ ਦਾ ਸਾਰਾ ਉਸ ਪਰਿਪੂਰਨ ਪਰਮਾਤਮਾ ਤੋਂ ਆਉਂਦਾ ਹੈ, ਉਹ ਗਿਆਨ ਦੀ ਇੱਕ ਮੂਰਤ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਵੀ ਇਹੋ ਜਿਹਾ ਕਿਤੇ ਜ਼ਿਕਰ ਨਹੀਂ ਕਰਦੇ ਕਿ ਰਾਮਾਨੰਦ ਮੇਰੇ ਗੁਰੂ ਨੇ। ਤੇ ਇਹਦਾ ਇੱਕ ਹੋਰ ਪੁਖਤਾ ਸਬੂਤ ਇਹ ਵੀ ਮਿਲਦਾ ਹੈ, ਤੁਸੀਂ ਰਾਮਾਨੰਦ ਮਹਾਰਾਜ ਜੀ ਦਾ ਜੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨੂੰ ਪੜ੍ਹ ਕੇ ਦੇਖ ਲਓ। ਉਹ ਸ਼ਬਦ ਨੂੰ ਪੜ੍ਹ ਕੇ ਦੇਖੋਗੇ ਜਦੋਂ, ਤਾਂ ਤੁਹਾਨੂੰ ਸਾਫ਼ ਪਤਾ ਲੱਗ ਜਾ ਕਿ ਰਾਮਾਨੰਦ ਜੀ ਇਹ ਕਹਿ ਰਹੇ ਨੇ ਕਿ ਮੈਂ ਸਾਰੀ ਉਮਰ ਮੂਰਤੀ ਪੂਜਾ ਵਿੱਚ, ਕਰਮ ਕਾਂਡ ਵਿੱਚ ਬਿਤਾ ਦਿੱਤੀ, ਪਰ ਇੱਕ ਦਿਨ ਮੈਨੂੰ ਪ੍ਰਕਾਸ਼ ਹੋਇਆ ਕਿ ਜਿਹਨੂੰ ਮੈਂ ਬਾਹਰ ਮੂਰਤੀਆਂ ਵਿੱਚ ਲੱਭਦਾ ਫਿਰਦਾ ਹਾਂ, ਥਾਂ ਥਾਂ ਤੇ ਲੱਭਦਾ ਫਿਰਦਾ ਹਾਂ, ਉਹ ਬਾਹਰ ਨਹੀਂ, ਉਹ ਅੰਦਰ ਹੀ ਹੈ, ਮੇਰੇ ਘਟ ਵਿੱਚ ਹੀ ਹੈ। ਤੇ ਇਹ ਉਹਨਾਂ ਨੂੰ ਅਨੁਭਵ ਹੋਇਆ ਸਤਿਗੁਰ ਕਬੀਰ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰ ਕੇ, ਉਹਨਾਂ ਦੀ ਬਾਣੀ ਦਾ ਅਧਿਐਨ ਕਰਕੇ। ਪਰ ਕਿਉਂਕਿ ਬ੍ਰਾਹਮਣ ਇਹ ਜਾਣਦਾ ਸੀ ਕਿ ਅਸੀਂ ਇਹ ਗੱਲ ਕਦੇ ਵੀ ਪ੍ਰਮਾਣ ਨਹੀਂ ਕਰ ਸਕਦੇ ਕਿ ਸਾਡੇ ਕਹਿੰਦੇ ਕਹਾਉਂਦੇ ਜਿਹੜੇ ਰਾਜੇ ਨੇ ਜਾਂ ਰਾਣੀਆਂ ਨੇ ਉਹ ਇਹਨਾਂ ਦਲਿਤਾਂ ਦੇ, ਇਹਨਾਂ ਸ਼ੂਦਰਾਂ ਦੇ ਚਰਨਾਂ ਵਿੱਚ ਜਾ ਕੇ ਬਹਿ ਜਾਣ। ਇਸ ਲਈ ਉਹਨੇ ਇਹ ਮਨ ਘੜੰਤ ਕਹਾਣੀਆਂ ਜੋੜ ਦਿੱਤੀਆਂ ਕਿ ਇਹ ਦੋਨੋਂ ਮਹਾਪੁਰਖ ਪਿਛਲੇ ਜਨਮ ਵਿੱਚ ਵੀ ਬ੍ਰਾਹਮਣੇ ਸਨ ਤੇ ਇਸ ਜਨਮ ਵਿੱਚ ਵੀ ਇਹ ਰਾਮਾਨੰਦ ਦੇ ਸ਼ਿਸ਼ੀ ਸਨ। ਤੇ ਦੂਸਰਾ ਦੇਖੋ, ਪਹਿਲੀ ਗੱਲ ਤਾਂ ਇਹ ਉਸ ਸਮੇਂ ਦਾ ਜੋ ਵਿਧਾਨ ਹੈ, ਜੋ ਕਾਨੂੰਨ ਹੈ, ਉਹਦੇ ਮੁਤਾਬਕ ਜਿਹੜਾ ਸ਼ੂਦਰ ਹੈ ਉਹਨੂੰ ਗੁਰੂ ਦੀਕਸ਼ਾ ਨਹੀਂ ਦਿੱਤੀ ਜਾ ਸਕਦੀ। ਉਹਨੂੰ ਗੁਰੂ ਦੀਕਸ਼ਾ ਦਿੱਤੀ ਹੀ ਨਹੀਂ ਜਾ ਸਕਦੀ ਜਿਹੜਾ ਸ਼ੂਦਰ ਹੈ। ਤੇ ਨਾ ਹੀ ਉਹ ਮੰਦਰਾਂ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂ ਧਾਰਮਿਕ ਕਿਤਾਬ ਪੜ੍ਹਨ ਦੇ ਉਹਨੂੰ ਹੱਕ ਸਨ। ਤੇ ਸਤਿਗੁਰ ਕਬੀਰ ਜੀ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਵੱਡਾ ਬਾਣੀ ਦਾ ਇੱਕ ਭੰਡਾਰ ਹੈ। ਜਿੰਨੇ ਵੀ ਭਗਤ ਸਹਿਬਾਨ ਹੋਏ ਨੇ, ਇਹਨਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਬਾਣੀ ਸਤਿਗੁਰ ਕਬੀਰ ਜੀ ਦੀ ਹੈ। ਇਹਨਾਂ ਦੇ 224 ਸ਼ਬਦ ਨੇ ਤੇ 243 ਸ਼ਲੋਕ ਨੇ ਤੇ ਇਸ ਤੋਂ ਇਲਾਵਾ 52 ਅੱਖਰੀ, 33 ਤੇ 7 ਵਾਰ ਇਹ ਬਾਣੀਆਂ ਕਬੀਰ ਸਾਹਿਬ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬਹੁਤ ਵੱਡਾ ਇੱਕ ਭੰਡਾਰ ਹੈ ਬਾਣੀ ਦਾ ਕਬੀਰ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਤੇ ਬੜੇ ਇਹ ਕ੍ਰਾਂਤੀਕਾਰੀ ਮਹਾਂਪੁਰਖ ਹੋਏ ਨੇ। ਇੱਕ ਵਾਰ ਦੀ ਘਟਨਾ ਹੈ,
ਕਿ ਸਤਿਗੁਰ ਕਬੀਰ ਜੀ ਮਹਾਰਾਜ ਅੰਮ੍ਰਿਤ ਵੇਲੇ ਦਾ ਟਾਈਮ ਹੈ, ਇਸ਼ਨਾਨ ਕਰਨ ਲਈ ਜਾ ਰਹੇ। ਜਿਸ ਤਰ੍ਹਾਂ ਗੰਗਾ ਘਾਟ ਤੇ ਬ੍ਰਾਹਮਣ ਲੋਕ ਜੋ ਉੱਚੀ ਜਾਤ ਦੇ ਸਨ ਉਹ ਇਸ਼ਨਾਨ ਕਰਦੇ ਸਨ, ਤੇ ਸਾਡੇ ਲੋਕਾਂ ਦੇ ਇਸ਼ਨਾਨ ਕਰਨ ਦੇ ਲਈ ਉਸ ਸਮੇਂ ਸ਼ੂਦਰ ਘਾਟ ਵੱਖਰੇ ਬਣੇ ਹੁੰਦੇ ਸਨ, ਜਿੱਥੇ ਨੀਵੀਂ ਜਾਤ ਦੇ ਲੋਕ ਇਸ਼ਨਾਨ ਕਰ ਸਕਦੇ ਸਨ। ਜਿੱਥੇ ਬ੍ਰਾਹਮਣ ਇਸ਼ਨਾਨ ਕਰਦਾ ਸੀ ਉੱਥੇ ਸਾਡੇ ਲੋਕ ਇਸ਼ਨਾਨ ਨਹੀਂ ਕਰ ਸਕਦੇ ਸਨ। ਤੇ ਸਤਿਗੁਰ ਕਬੀਰ ਜੀ ਜਾ ਰਹੇ ਨੇ ਤੇ ਅੱਗੇ ਤੋਂ ਇੱਕ ਬ੍ਰਾਹਮਣ ਮੁਕੰਦ, ਉਹਦਾ ਨਾਮ ਦੱਸਿਆ, ਬ੍ਰਾਹਮਣ ਮੁਕੰਦ ਆ ਰਿਹਾ ਹੈ ਇਸ਼ਨਾਨ ਕਰਕੇ। ਤੇ ਕਬੀਰ ਸਾਹਿਬ ਨੂੰ ਦੇਖ ਕੇ ਮੂੰਹ ਦੇ ਵਿੱਚ ਬੁੜਬੁੜ ਕਰਨ ਲੱਗ ਪਿਆ, ਮਾੜਾ ਚੰਗਾ ਬੋਲਣ ਲੱਗ ਪਿਆ ਕਿ ਕਿੱਥੋਂ ਇਹ ਢੇੜ, ਇਹ ਨੀਚ, ਇਹ ਸ਼ੂਦਰ ਕਿੱਥੋਂ ਮੇਰੇ ਮੱਥੇ ਲੱਗ ਗਿਆ। ਮੈਂ ਗੰਗਾ ਤੇ ਇਸ਼ਨਾਨ ਕਰਕੇ ਆ ਰਿਹਾ ਸੀ, ਮੇਰਾ ਇਸ਼ਨਾਨ ਕੀਤਾ ਪਿੱਟਿਆ ਗਿਆ, ਇਹ ਕਬੀਰ, ਇਹ ਜੁਲਾਹਾ ਕਿੱਥੇ ਮੇਰੇ ਮੱਥੇ ਲੱਗ ਗਿਆ। ਤੇ ਕਬੀਰ ਸਾਹਿਬ ਗੁੱਸਾ ਨਹੀਂ ਹੋਏ, ਮੁਸਕਰਾ ਪਏ, ਕਿਉਂਕਿ ਕਬੀਰ ਸਾਹਿਬ ਇੱਕ ਬੜੇ ਕ੍ਰਾਂਤੀਕਾਰੀ ਮਹਾਪੁਰਖ ਹੋਏ ਨੇ। ਤੁਸੀਂ ਇਹਨਾਂ ਦੀ ਬਾਣੀ ਪੜ੍ਹ ਕੇ ਦੇਖੋ, ਜਿਸ ਤਰ੍ਹਾਂ ਦਾ ਵੀ ਇਹਨਾਂ ਨੂੰ ਇਨਸਾਨ ਮਿਲਿਆ ਹੈ ਨਾ, ਜਿਸ ਲਹਿਜੇ ਵਿੱਚ ਉਸ ਇਨਸਾਨ ਨੇ ਇਹਨਾਂ ਦੇ ਨਾਲ ਗੱਲ ਕੀਤੀ ਹੈ ਤਾਂ ਉਸੇ ਲਹਿਜੇ ਵਿੱਚ ਨਹੀਂ ਜਵਾਬ ਦਿੱਤਾ ਹੈ, ਕੋਈ ਕਸਰ ਨਹੀਂ ਛੱਡੀ। ਜੇਕਰ ਕਿਸੇ ਨੇ ਇਹਨਾਂ ਦੇ ਸਾਹਮਣੇ ਜਾਤ ਪਾਤ ਦਾ ਅਭਿਮਾਨ ਕੀਤਾ ਹੈ, ਹੰਕਾਰ ਕੀਤਾ ਹੈ, ਤਾਂ ਐਨ ਪੂਰੀ ਤਸੱਲੀ ਕਰਕੇ ਇਨੀ ਵਾਪਸ ਤੋਰਿਆ ਹੈ, ਕੋਈ ਕਸਰ ਨਹੀਂ ਛੱਡੀ। ਤੇ ਪੰਡਤ ਵੀ ਬ੍ਰਾਹਮਣ ਬੁੜਬੁੜ ਕਰਨ ਲੱਗ ਪਿਆ ਮੂੰਹ ਵਿੱਚ, ਤੇ ਮੈਨੂੰ ਹੁਣ ਵਾਪਸ ਜਾਣਾ ਪਏਗਾ ਇਸ਼ਨਾਨ ਕਰਨ, ਮੇਰਾ ਇਸ਼ਨਾਨ ਪਿੱਟਿਆ ਗਿਆ। ਤੇ ਕਬੀਰ ਸਾਹਿਬ ਮੁਸਕਰਾਏ, ਗੁੱਸੇ ਨਹੀਂ ਹੋਏ ਤੇ ਵਾਪਸ ਗਿਆ। ਸਿਆਲਾਂ ਦੇ ਦਿਨ ਸਨ ਤੇ ਫੇਰ ਇਸ਼ਨਾਨ ਕਰਕੇ ਵਾਪਸ ਆਇਆ, ਪਰ ਕਬੀਰ ਸਾਹਿਬ ਫੇਰ ਉੱਥੇ ਹੀ ਖੜੇ ਨੇ, ਉਹ ਗਏ ਨਹੀਂ। ਤੇ ਕਬੀਰ ਸਾਹਿਬ ਨੇ ਮਨ ਵਿੱਚ ਸੋਚਿਆ ਕਿ ਅੱਜ ਇਸ ਬ੍ਰਾਹਮਣ ਨੂੰ, ਇਸ ਪੰਡਤ ਨੂੰ, ਇਸ ਬ੍ਰਾਹਮਣ ਨੂੰ ਪੁੱਛਣਾ ਹੀ ਹੈ ਵੀ ਮੈਨੂੰ ਦੱਸ ਤੂੰ ਬ੍ਰਾਹਮਣ ਕਿੱਧਰੋਂ ਹੈ ਤੇ ਮੈਂ ਸ਼ੂਦਰ ਕਿੱਧਰੋਂ ਹਾਂ। ਜਦੋਂ ਦੇਖਿਆ ਕਿ ਕਬੀਰ ਸਾਹਿਬ ਉੱਥੇ ਫੇਰ ਖੜੇ ਨੇ ਤੇ ਕਬੀਰ ਸਾਹਿਬ ਨੂੰ ਥੋੜਾ ਜਿਹਾ ਗਲਤ ਬੋਲਿਆ, ਤੇ ਹੋਰ ਵੀ ਉਹਦੇ ਨਾਲ ਦੇ ਬ੍ਰਾਹਮਣ ਆ ਗਏ ਦੋ ਚਾਰ, ਕਹਿੰਦੇ ਆਖਣ ਲੱਗੇ ਕਿ ਉਹ ਢੇੜ, ਉਹ ਸ਼ੂਦਰ, ਤੂੰ ਹਲੇ ਇੱਥੇ ਹੀ ਖੜਾ ਹੈ, ਤੂੰ ਕਿਉਂ ਸਾਡੇ ਨਾਲ ਪੰਗੇ ਲੈਂਦਾ ਹੈ? ਅਸੀਂ ਇਸ਼ਨਾਨ ਕਰਕੇ ਆਉਂਦੇ ਹਾਂ ਤੇ ਤੈਨੂੰ ਦੇਖ ਕੇ ਸਾਡਾ ਇਸ਼ਨਾਨ ਪਿੱਟਿਆ ਜਾਂਦਾ ਹੈ। ਤੇ ਕਬੀਰ ਸਾਹਿਬ ਫਿਰ ਬਾਣੀ ਵਿੱਚ ਆਪਣਾ ਸ਼ਬਦ ਉਚਾਰਨ ਕਰਦੇ ਨੇ, ਸਮਝਾਉਂਦੇ ਨੇ ਕਿ ਇਹ ਬ੍ਰਾਹਮਣ ਜੀ, ਇਹ ਮੁਕੰਦ, ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ। ਕਿ ਬ੍ਰਾਹਮਣ ਜਦੋਂ ਮਾਂ ਦੇ ਗਰਭ ਵਿੱਚ ਸੈਂ, ਦੱਸ ਮੈਨੂੰ ਉੱਥੇ ਤੇਰੀ ਕਿਹੜੀ ਜਾਤ ਸੀ ਜਾਂ ਮੇਰੀ ਕਿਹੜੀ ਜਾਤ ਸੀ। ਬ੍ਰਹਮ ਬਿੰਦੇ ਤੇ ਸਭ ਉਤਪਾਤੀ, ਸਾਰੇ ਜੀਵ ਉਸ ਇੱਕ ਪਾਰ ਬ੍ਰਹਮ ਤੋਂ ਪੈਦਾ ਹੁੰਦੇ ਨੇ, ਉਹਦੇ ਹੀ ਸਾਰੇ ਅੰਸ਼ ਨੇ। ਅੱਗੇ ਕਬੀਰ ਸਾਹਿਬ ਕਹਿੰਦੇ ਨੇ ਕਿ ਕਹੋ ਰੇ ਪੰਡਤ, ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਜਨਮ ਮਤ ਕੋਈ। ਕਿ ਪੰਡਤ ਤੂੰ ਮੈਨੂੰ ਇਹ ਦੱਸ ਵੀ ਤੂੰ ਬ੍ਰਾਹਮਣ ਕਦੋਂ ਦਾ ਹੈ, ਤੇਰੇ ਤੇ ਕਦੋਂ ਦੀ ਮੋਹਰ ਲੱਗੀ ਕਿ ਤੂੰ ਪੰਡਤ ਹੈ, ਤੂੰ ਬ੍ਰਾਹਮਣ ਹੈ, ਤੂੰ ਉੱਚਾ ਹੈ, ਤੂੰ ਸਾਡੇ ਨਾਲੋਂ ਵੱਖਰਾ ਹੈ, ਕਦੋਂ ਦੀ ਮੋਹਰ ਲੱਗੀ ਹੈ ਤੇਰੇ ਤੇ? ਐਵੇਂ ਬਾਹਮਣ ਕਹਿ ਜਨ ਮਤ ਖੋਏ। ਐਵੇਂ ਮੈਂ ਬ੍ਰਾਹਮਣ ਹਾਂ, ਮੈਂ ਉੱਚਾ ਹਾਂ, ਮੈਂ ਉੱਚੀ ਜਾਤ ਵਾਲਾ ਹਾਂ, ਮੈਂ ਕੁਲ ਵਾਲਾ ਹਾਂ, ਇਹ ਗੱਲਾਂ ਕਰ ਕਰਕੇ ਆਪਣਾ ਜਨਮ ਨਾ ਬਿਰਥਾ ਗਵਾ। ਇਹ ਫੋਕੀ ਹਉਮੈ ਵਿੱਚ ਕੁਝ ਨਹੀਂ ਰੱਖਿਆ। ਸਤ ਸੰਗੀਓ ਦੇਖੋ, ਇਹ ਤਾਂ ਉਸ ਸਮੇਂ ਦੀ ਗੱਲ ਸੀ, ਪਰ ਅੱਜ ਵੀ ਘੱਟ ਨਹੀਂ ਹੋ ਰਹੀ। ਅੱਜ ਸਾਡੇ ਨਾਲ ਪੰਜਾਬ ਵਿੱਚ ਬਾਹਮਣ ਤਾਂ ਇਹ ਕੰਮ ਨਹੀਂ ਕਰ ਸਕਦਾ, ਕਿਉਂਕਿ ਉਹਦੀ ਇੰਨੀ ਔਕਾਤ ਨਹੀਂ, ਉਹਦੇ ਵਿੱਚ ਇੰਨਾ ਜਜ਼ਬਾ ਨਹੀਂ, ਉਹਦੇ ਵਿੱਚ ਇੰਨੀ ਪਹੁੰਚ ਨਹੀਂ ਕਿ ਉਹ ਸਾਡੇ ਲੋਕਾਂ ਨਾਲ ਸਿੱਧੀ ਟੱਕਰ ਲੈ ਸਕੇ। ਪਰ ਆਪਾਂ ਰੋਜ਼ਮਰਰਾ ਸੋਸ਼ਲ ਮੀਡੀਆ ਤੇ ਦੇਖਦੇ ਹਾਂ। ਥੋੜੇ ਦਿਨਾਂ ਦੀ, ਕੱਲ ਪਰਸੋਂ ਦੀ ਗੱਲ ਹੈ, ਸ਼ਾਇਦ ਤੁਸੀਂ ਵੀ ਉਹ ਵੀਡੀਓ ਦੇਖੀ ਹੋਵੇਗੀ। ਹੁਸ਼ਿਆਰਪੁਰ ਦੇ ਲਾਗੇ ਕੋਈ ਬੈਂਸਾ ਉਬਾਮ ਇਸ ਤਰ੍ਹਾਂ ਦਾ ਕੋਈ ਪਿੰਡ ਹੈ। ਉਸ ਪਿੰਡ ਦੇ ਵਿੱਚ ਗੁਰੂ ਪਿਆਰਿਓ ਮਤਾ ਪਾਇਆ ਜ਼ਿਮੀਂਦਾਰ ਭਰਾਵਾਂ ਨੇ ਵੀ ਜੇ ਸਾਡੇ ਗੁਰੂ ਘਰ ਵਿੱਚ ਕਿਸੇ ਦਲਿਤ ਨੇ ਮੱਥਾ ਟੇਕਿਆ ਤਾਂ ਉਹਨੂੰ 5000 ਰੁਪਏ ਜੁਰਮਾਨਾ ਕੀਤਾ ਜਾਏਗਾ। ਇਹ ਥੋੜੇ ਦਿਨਾਂ ਦੀ ਗੱਲ ਹੈ, ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ। ਤੇ ਮੈਂ ਸੋਚ ਰਿਹਾ ਵੀ ਉਹ ਤਾਂ ਇਹਦਾ ਮਤਲਬ ਸਿਰਫ ਅਸੀਂ ਬਾਣੀ ਪੜ੍ਹੀ ਹੈ, ਬਾਣੀ ਨੂੰ ਸਮਝਿਆ ਨਹੀਂ। ਸਤਿਗੁਰ ਬ੍ਰਾਹਮਣ ਨੂੰ ਸਮਝਾਉਂਦੇ ਰਹੇ ਨੇ, ਪਰ ਅੱਜ ਸਾਨੂੰ ਲੱਗਦਾ ਇਹਨਾਂ ਅਖੌਤੀ ਜੋ ਜੱਟਵਾਦ ਵਿੱਚ ਫਸੇ ਹੋਏ ਨੇ, ਇਹਨਾਂ ਨੂੰ ਸਮਝਾਉਣਾ ਪਏਗਾ।
ਕਿ ਇਹ ਜੇ ਬਾਹਮਣ ਲਈ ਉਪਦੇਸ਼ ਸੀ ਤੇ ਸਾਡਿਆਂ ਲਈ ਵੀ ਹੈ, ਸਾਨੂੰ ਵੀ ਉਪਦੇਸ਼ ਮੰਨਣਾ ਪੈਣਾ ਹੈ। ਦੇਖੋ ਜਿਹੜੀ ਜਾਤ ਹੈ ਨਾ, ਇਹ ਜਾਤ ਸਾਨੂੰ ਇੱਕ ਸਜ਼ਾ ਮਿਲੀ ਸੀ। ਦਰਅਸਲ ਆਰੀਆ ਸਮਾਜੀਆਂ ਵੱਲੋਂ ਸਾਨੂੰ ਇਹ ਸਜ਼ਾ ਮਿਲੀ ਸੀ ਜਾਤ ਦੀ, ਪਰ ਇਹ ਅਸੀਂ ਸਜ਼ਾ ਇਸ ਤਰ੍ਹਾਂ ਆਪਣੇ ਨਾਲ ਜੋੜ ਲਈ ਹੈ ਕਿ ਅਸੀਂ ਇਹਦੇ ਤੋਂ ਹੁਣ ਛੁੱਟ ਨਹੀਂ ਸਕਦੇ। ਚਾਹੇ ਕੋਈ ਨੀਵੀਂ ਜਾਤ ਦਾ ਹੈ, ਚਾਹੇ ਕੋਈ ਉੱਚੀ ਜਾਤ ਦਾ ਹੈ, ਅਸੀਂ ਜਾਤ ਨੂੰ ਹੁਣ ਆਪਣੇ ਨਾਲ ਐਨ ਚੰਗੀ ਤਰ੍ਹਾਂ ਚਿਪਕਾ ਲਿਆ, ਜੋੜ ਲਿਆ ਵੀ ਇਹ ਤੋਂ ਬਿਨਾਂ ਹੈ ਹੀ ਕੁਝ ਨਹੀਂ ਹੈ। ਪਰ ਜੇ ਦੇਖਿਆ ਜਾਵੇ, ਇਹ ਤਾਂ ਸਾਨੂੰ ਇੱਕ ਸਜ਼ਾ ਮਿਲੀ ਸੀ, ਇਹ ਸਾਨੂੰ ਇੱਕ ਸਜ਼ਾ ਸੀ, ਇਹ ਕੋੜ ਹੈ ਜਿਹੜਾ ਅਸੀਂ ਛੱਡਣਾ ਨਹੀਂ ਚਾਹੁੰਦੇ। ਤੇ ਉਹਨਾਂ ਨੂੰ ਸਮਝਾਉਂਦੇ ਨੇ ਕਬੀਰ ਸਾਹਿਬ ਵੀ ਐਵੇਂ ਤੂੰ ਝੂਠਾ ਹੰਕਾਰ ਕਰਕੇ ਆਪਣਾ ਜੀਵਨ ਨਾ ਖਰਾਬ ਕਰ। ਤੇ ਉਹ ਪੰਡਤ ਆਖਣ ਲੱਗੇ, ਦੇਖ ਕਬੀਰ, ਗੱਲਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ। ਮੇਰਾ ਦਾਦਾ ਪਰਦਾਦਾ ਨਕੜ ਦਾਦਾ ਬ੍ਰਾਹਮਣ ਸਨ, ਮੇਰੀ ਮਾਂ ਬ੍ਰਾਹਮਣੀ ਸੀ, ਇਸ ਲਈ ਮੈਂ ਬ੍ਰਾਹਮਣ ਹਾਂ। ਇਸ ਤਰ੍ਹਾਂ ਗੱਲਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ, ਸਾਡਾ ਰਸਤਾ ਛੱਡ ਤੇ ਸਾਨੂੰ ਜਾਣ ਦੇ। ਪਰ ਕਬੀਰ ਸਾਹਿਬ ਕਿੱਥੇ ਜਾਣ ਦਿੰਦੇ ਨੇ? ਕਹਿੰਦੇ ਰੁਕੋ, ਇੱਕ ਮੈਨੂੰ ਹੋਰ ਗੱਲ ਦਾ ਜਵਾਬ ਦਿਓ। ਫਿਰ ਬਹੁਤ ਗਹਿਰੀ ਚੋਟ ਕਰਦੇ ਨੇ, ਕਹਿੰਦੇ ਨੇ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਕਿਹਾ ਬ੍ਰਾਹਮਣ ਮੈਨੂੰ ਇਹ ਦੱਸ, ਬੇਸ਼ ਤੂੰ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਵੱਖਰਾ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਉੱਚੀ ਕੁਲ ਵਾਲਾ ਹਾਂ, ਮੈਂ ਤੁਹਾਡੇ ਨਾਲੋਂ ਵੱਖਰਾ ਹਾਂ, ਤਾਂ ਮੈਨੂੰ ਇਹ ਦੱਸ ਫਿਰ ਜੇ ਤੂੰ ਵੱਖਰਾ ਹੈ, ਜੇ ਤੈਨੂੰ ਰੱਬ ਨੇ ਵੱਖਰਾ ਬਣਾਇਆ ਹੈ, ਤਾਂ ਤੇਰੇ ਸੰਸਾਰ ਵਿੱਚ ਆਉਣ ਦਾ ਰਸਤਾ ਵੀ ਕੋਈ ਵੱਖਰਾ ਹੋਣਾ ਚਾਹੀਦਾ ਸੀ। ਸੰਸਾਰ ਦੀ ਜੋ ਪ੍ਰਕਿਰਿਆ ਹੈ ਜਨਮ ਦੀ, ਜਿਸ ਜਨਮ ਰਾਹੀਂ, ਜਿਸ ਪ੍ਰਕਿਰਿਆ ਰਾਹੀਂ ਸ਼ੂਦਰ ਜਨਮ ਲੈਂਦਾ ਹੈ, ਉਸੇ ਪ੍ਰਕਿਰਿਆ ਰਾਹੀਂ ਤੂੰ ਜਨਮ ਲੈਂਦਾ ਹੈ। ਜਿਸ ਰਸਤੇ ਸ਼ੂਦਰ ਬਾਹਰ ਆਉਂਦਾ ਹੈ ਸੰਸਾਰ ਵਿੱਚ, ਉਸੇ ਰਸਤੇ ਤੂੰ ਬਾਹਰ ਆਉਣਾ ਹੈ। ਮੈਨੂੰ ਦੱਸ ਤੂੰ ਸ਼ੂਦਰ ਨਾਲੋਂ ਵੱਖਰਾ ਕਿਸ ਤਰ੍ਹਾਂ ਹੋ ਗਿਆ? ਜੇ ਤੈਨੂੰ ਰੱਬ ਨੇ ਜਮਾਂਦਰੂ ਤੋਂ ਵੱਖਰਾ ਬਣਾਏ, ਤਾਂ ਤੇਰੇ ਆਉਣ ਦਾ ਰਸਤਾ ਵੀ ਕੋਈ ਵੱਖਰਾ ਹੁੰਦਾ। ਜਦੋਂ ਇਹੋ ਜਿਹਾ ਬੋਲ ਸੁਣਦੇ ਤਾਂ ਫਿਰ ਲੋਹੇ ਲਾਖੇ ਹੋ ਗਏ। ਸਤਿਗੁਰ ਕਬੀਰ ਆਖਦੇ ਨੇ ਕਿ ਮੈਂ ਹੋਰ ਇੱਕ ਤੈਨੂੰ ਪੁੱਛਣਾ ਚਾਹੁੰਦਾ, ਹਮ ਕਤ ਲਹੂ ਤੁਮ ਕਤ ਦੂਧ। ਬ੍ਰਾਹਮਣ ਵੇ ਮੈਂ ਤੇਰੇ ਸਰੀਰ ਨੂੰ ਦੇਖਣਾ ਚਾਹੁੰਦਾ ਅੰਦਰ ਜਾ ਕੇ, ਵੇ ਸਾਡੇ ਸਰੀਰ ਵਿੱਚ ਤੇ ਲਹੂ ਹੈ, ਵੇ ਮੈਨੂੰ ਦੱਸ ਵੇ ਤੇਰੇ ਸਰੀਰ ਵਿੱਚ ਕੋਈ ਦੁੱਧ ਚੱਲ ਰਿਹਾ ਹੈ ਜੋ ਸਾਡੇ ਸਰੀਰ ਵਿੱਚ ਨਹੀਂ ਹੈ। ਜੇ ਸਾਡਾ ਸਰੀਰ ਲਹੂ ਗਰਦਿਸ਼ ਕਰ ਰਿਹਾ ਇਸ ਵਿੱਚ, ਤਾਂ ਤੇਰੇ ਵਿੱਚ ਵੀ ਲਹੂ ਹੈ। ਹਮ ਕਤ ਲਹੂ ਤੁਮ ਕਤ ਦੂਧ। ਸਤਿਗੁਰ ਕਬੀਰ ਜੀ ਮਹਾਰਾਜ ਜਦੋਂ ਇਹੋ ਜਿਹੇ ਵਿਚਾਰ, ਕ੍ਰਾਂਤੀਕਾਰੀ ਵਿਚਾਰ ਪੇਸ਼ ਕਰਦੇ ਨੇ, ਕਹਿੰਦੇ ਨੇ ਕਿ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ। ਤੂੰ ਮੈਨੂੰ ਇਹ ਦੱਸ ਬੇ ਤੂੰ ਕਦੋਂ ਦਾ ਬ੍ਰਾਹਮਣ ਤੇ ਮੈਂ ਕਦੋਂ ਦਾ ਸ਼ੂਦਰ, ਤੇ ਤੇਰੇ ਅੰਦਰ ਕਿਹੜਾ ਦੁੱਧ ਚੱਲ ਰਿਹਾ ਹੈ? ਤੇਰੇ ਅੰਦਰ ਵੀ ਲਹੂ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੀ। ਇਹ ਬ੍ਰਾਹਮਣ ਹੈ ਪੰਡਤ, ਮੇਰੀ ਇੱਕ ਗੱਲ ਸੁਣ, ਜਿਹੜਾ ਉਸ ਪਾਰ ਬ੍ਰਹਮ ਦੀ ਵਿਚਾਰ ਕਰਦਾ ਏ, ਜਿਹੜਾ ਇੱਕ ਦੇ ਨਾਲ ਜੁੜਦਾ ਏ, ਜਿਹੜਾ ਸੱਚ ਦੇ ਨਾਲ ਜੁੜਦਾ ਏ, ਸਾਡੀ ਨਜ਼ਰ ਤਾਂ ਉਹੀ ਬ੍ਰਾਹਮਣ ਹੈ, ਸਾਡੀ ਨਜ਼ਰ ਵਿੱਚ ਉਹੀ ਪੰਡਤ ਹੈ, ਉਹੀ ਗਿਆਨੀ ਹੈ, ਉਹੀ ਮਹਾਨ ਵਿਦਵਾਨ ਹੈ ਜਿਹੜਾ ਇੱਕ ਦੇ ਨਾਲ ਜੁੜਦਾ ਏ। ਤੇ ਹੋਰ ਦੂਸਰੇ ਨੂੰ ਅਸੀਂ ਪੰਡਤ ਬ੍ਰਾਹਮਣ ਨਹੀਂ ਮੰਨਦੇ। ਹਾਂ ਸਤਸੰਗੀਓ, ਸਤਿਗੁਰਾਂ ਨੇ ਬਾਣੀ ਵਿੱਚ ਵੀ ਸਾਫ਼ ਆਖਿਆ ਕਿ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਵੀ ਜਿਹੜਾ ਬ੍ਰਾਹਮਣ ਹੈ ਉਹ ਜਗਤ ਜਿਹੜਾ ਉਹਨਾਂ ਦੇ ਮਗਰ ਲੱਗਿਆ ਫਿਰਦਾ ਹੈ ਨਾ, ਉਹਦਾ ਗੁਰੂ ਤਾਂ ਬਣ ਸਕਦਾ ਏ, ਪਰ ਸਾਡਾ ਗੁਰੂ ਨਹੀਂ ਹੋ ਸਕਦਾ, ਕਿਉਂਕਿ ਸਾਡਾ ਗੁਰੂ ਉਹ ਅਕਾਲ ਪੁਰਖ ਹੈ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਇੱਕ ਥਾਂ ਤੇ ਸਤਿਗੁਰ ਹੋਰ ਵੀ ਦੱਸਦੇ ਨੇ ਕਿ ਜਹ ਮਾਰਗ ਪੰਡਤ ਗਏ, ਪਾਛੇ ਪਈ ਬਹੀਰ। ਹੁਣ ਇਹ ਵਿਚਾਰ ਵਾਲੀ ਗੱਲ ਹੈ। ਕਹਿੰਦੇ ਨੇ ਕਿ ਜਿਸ ਰਸਤੇ ਪੰਡਤ ਜਾ ਰਹੇ ਨੇ, ਹੁਣ ਪੰਡਤਾਂ ਦਾ ਰਸਤਾ ਕਿਹੜਾ ਹੈ? ਕਰਮਕਾਂਡ ਦਾ, ਮੂਰਤੀ ਪੂਜਾ ਦਾ, ਜੰਮਣ ਮਰਨ ਤੇ ਤਰ੍ਹਾਂ ਤਰ੍ਹਾਂ ਦੇ ਜੋ ਕਰਮਕਾਂਡ ਕਰਦੇ ਨੇ, ਇਹ ਪੰਡਤ ਦਾ ਮਾਰਗ ਹੈ। ਸਤਿਗੁਰ ਕਹਿੰਦੇ ਨੇ ਕਿ ਜਿਸ ਮਾਰਗ ਪੰਡਤ ਗਏ, ਪਾਛੇ ਪਈ ਬਹੀਰ। ਬੇ ਅਵਾਗੌਣ ਭੀੜ ਇਹਨਾਂ ਦੇ ਪਿੱਛੇ ਤੁਰ ਪਈ ਹੈ, ਕੋਈ ਅੰਤੇ ਨਹੀਂ ਹੈ। ਅੱਜ ਵੀ ਤੁਰਦੀ ਜਾ ਰਹੀ ਹੈ, ਐਸੀ ਗੱਲ ਨਹੀਂ। ਅੱਜ ਵੀ ਜਦੋਂ ਸਾਡੇ ਕੋਈ ਪਰਿਵਾਰ ਵਿੱਚ ਪੂਰਾ ਹੋ ਜਾਂਦਾ ਹੈ, ਤਾਂ ਅੱਜ ਵੀ ਅਸੀਂ ਉਹਦੇ ਆਸਤ ਲੈ ਕੇ ਉਧਰ ਹੀ ਜਾਂਦੇ ਹਾਂ, ਹਰਿਦੁਆਰ ਵੱਲ।
ਉੱਥੇ ਜਾ ਕੇ ਫਿਰ ਪੰਡਤਾਂ ਤੋਂ ਬ੍ਰਾਹਮਣਾਂ ਤੋਂ ਅਸੀਂ ਕਰਮ ਕਰਾਉਂਦੇ ਆ। ਇਹ ਪੰਡਤ ਦੇ ਪਿੱਛੇ ਭੀੜੇ ਤੁਰੀ ਜਾ ਰਹੀ ਹੈ, ਹੋਰ ਕੀ ਹੈ, ਮਾਫ ਕਰਨਾ। ਤੇ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਹਾਸ ਰਸ ਦੀ ਗੱਲ ਸੁਣਾਵਾਂ। ਇਹ ਸੱਚੀ ਘਟਨਾ ਹੈ, ਥੋੜਾ ਚਿਰ ਪਹਿਲਾਂ ਦੀ, ਜ਼ਿਆਦਾ ਟਾਈਮ ਨਹੀਂ ਹੋਇਆ। ਇੱਕ ਲੜਕਾ, ਉਹਦੀ ਦਾਦੀ ਪੂਰੀ ਹੋ ਗਈ ਪਰਿਵਾਰ ਵਿੱਚ। ਦਾਦੀ ਪੂਰੀ ਹੋ ਗਈ ਤੇ ਥੋੜਾ ਜਿਹਾ ਉਹ ਗੁਰਮਤ ਦੇ ਹਿਸਾਬ ਨਾਲ ਚੱਲਦਾ ਸੀ, ਹੈਗਾ ਹਿੰਦੂ ਪਰਿਵਾਰ ਵਿੱਚੋਂ ਸੀ, ਪਰ ਸੋਚ ਗੁਰਮਤ ਤੋਂ ਪ੍ਰਭਾਵਿਤ ਸੀ, ਗੁਰੂ ਗ੍ਰੰਥ ਸਾਹਿਬ ਤੋਂ। ਤੇ ਜਦੋਂ ਦਾਦੀ ਪੂਰੀ ਹੋ ਗਈ ਜੀ, ਤੇ ਉਹਨੂੰ ਘਰਦਿਆਂ ਨੇ ਹੁਣ ਜ਼ੋਰ ਪਾਇਆ ਵੀ ਆਪਾਂ ਜੋ ਵੀ ਕਿਰਿਆ ਕਰਮ ਕਰਨਾ ਹੈ ਵੀ ਆਪਾਂ ਹਰਿਦੁਆਰ ਜਾ ਕੇ ਕਰਨਾ ਹੈ। ਉਹ ਕਹਿੰਦਾ ਵੀ ਮਨ ਤਾਂ ਮੇਰਾ ਨਹੀਂ ਸੀ ਮੰਨ ਰਿਹਾ, ਪਰ ਹੁਣ ਮੈਨੂੰ ਮਜਬੂਰ ਕੀਤਾ, ਮੈਨੂੰ ਜਾਣਾ ਪਿਆ। ਤੇ ਜਾ ਕੇ ਕਹਿੰਦਾ ਜਦੋਂ ਮੈਂ ਉੱਥੇ ਦੇਖਿਆ ਜੀ, ਪੰਡਤ ਨੇ ਪਹਿਲਾਂ ਤਾਂ ਤੁਹਾਡਾ ਵਰਨ ਕੁਲ, ਇਹਦਾ ਜਾਤ ਪਾਤ ਵਗੈਰਾ ਪੁੱਛਦੇ ਨੇ ਵੀ ਕਿਸ ਜਾਤ ਤੋਂ, ਕੀ ਤੁਹਾਡੀ ਕੁਲ ਹੈ, ਵਰਨ ਹੈ ਤੁਹਾਡਾ, ਉਸ ਹਿਸਾਬ ਨਾਲ ਫਿਰ ਤੁਹਾਨੂੰ ਉੱਦਾਂ ਦਾ ਪੰਡਤ ਮਿਲਦਾ ਹੈ ਵੀ ਸ਼ੂਦਰਾਂ ਨੂੰ ਕਿਵੇਂ ਡੀਲ ਕਰਨਾ, ਬ੍ਰਾਹਮਣਾਂ ਨੂੰ ਕਿਵੇਂ ਡੀਲ ਕਰਨਾ। ਕਹਿੰਦਾ ਮੈਨੂੰ ਪੰਡਤ ਨੇ ਪੁੱਛਿਆ ਵੀ ਮਾਤਾ ਦੀ ਗਤੀ ਕਰਾਉਣ ਦੇ ਲਈ ਯੋਗ ਭੇਟਾ ਭਾਵ ਮਾਇਆ ਕੋਲ ਹੈ? ਉਹ ਕਹਿੰਦਾ ਹਾਂਜੀ ਹੈ। ਕਹਿੰਦਾ ਫਿਰ ਮੈਨੂੰ ਦੱਸੋ ਵੀ ਤੁਹਾਡੀ ਮਾਈ ਨੂੰ ਆਪਾਂ ਸਵਰਗ ਦੇ ਵਿੱਚ ਜਿਹੜਾ ਮੰਜਾ ਦੇਣਾ ਹੈ, ਮੰਜਾ ਭੇਜਣਾ ਹੈ ਸਵਰਗ ਵਿੱਚ, ਉਹ ਕਿੰਨੇ ਕੁ ਵਾਲਾ ਭੇਜਾਂ? 300 ਵਾਲਾ ਭੇਜਣਾ ਹੈ। ਇਹ ਸੱਚੀ ਘਟਨਾ ਹੈ। 300 ਵਾਲਾ ਮੰਜਾ ਭੇਜਣਾ ਹੈ ਸਵਰਗ ਵਿੱਚ, 1500 ਵਾਲਾ ਭੇਜਣਾ ਹੈ, 5000 ਵਾਲਾ ਭੇਜਣਾ ਹੈ। ਉਹ ਕਹਿੰਦਾ ਪੰਡਤ ਜੀ ਮੇਰੇ ਕੋਲ ਇੰਨੇ ਪੈਸੇ ਨਹੀਂ, ਤੁਸੀਂ ਐਂ ਕਰੋ 300 ਵਾਲੇ ਨਾਲ ਕੰਮ ਚਲਾ ਲਓ, ਵੀ 300 ਵਾਲਾ ਮੰਜਾ ਭੇਜ ਦਿਓ। ਅੱਛਾ, ਕਹਿੰਦਾ ਠੀਕ ਹੈ, ਚਲੋ ਮੰਜਾ 300 ਵਾਲਾ ਹੋ ਗਿਆ, ਵੀ ਬਿਸਤਰਾ ਕਿੰਨੇ ਵਾਲਾ ਭੇਜਣਾ ਹੈ ਮਾਂ ਨੂੰ ਸਵਰਗ ਦੇ ਵਿੱਚ? ਵੀ 500 ਵਾਲਾ ਭੇਜਣਾ ਹੈ, 5000 ਵਾਲਾ, 2000 ਵਾਲਾ। ਉਹ ਕਹਿੰਦਾ ਵੀ ਤੁਸੀਂ 200-300 ਵਾਲੇ ਨਾਲ ਕੰਮ ਚਲਾ ਲਓ। ਇਸ ਤਰ੍ਹਾਂ ਜੀ ਕਹਿੰਦਾ ਛਤਰੀ ਭੇਜਣੀ ਹੈ, ਇੱਦਾਂ ਸਾਰੀਆਂ ਚੀਜ਼ਾਂ ਹੌਲੀ ਹੌਲੀ ਜ਼ਰੂਰਤ ਉਹਨੇ ਗਿਣਾ ਦਿੱਤੀਆਂ। ਫਿਰ ਕਹਿੰਦਾ ਕਿ ਇੱਕ ਸੋਟੀ ਵੀ ਸਵਰਗ ਵਿੱਚ ਭੇਜਣੀ ਪੈਣੀ ਹੈ, ਵੀ ਬਿਰਧ ਸੀ ਮਾਤਾ। ਕਹਿੰਦਾ ਮੇਰੇ ਤੋਂ ਰਿਹਾ ਨਾ ਗਿਆ, ਮੈਂ ਪੁੱਛੇ ਲਿਆ ਵੀ ਪੰਡਤ ਜੀ ਮਾਤਾ ਨੂੰ ਤੁਸੀਂ ਸਵਰਗ ਵਿੱਚ ਭੇਜਣ ਲੱਗੇ ਹੋ ਜਾਂ ਜੰਗਲ ਵਿੱਚ ਸ਼ਿਕਾਰ ਕਰਨ ਭੇਜਣ ਲੱਗੇ ਹੋ? ਵੀ ਇਹਨੂੰ ਛਤਰੀ ਵੀ ਚਾਹੀਦੀ ਹੈ, ਇਹਨੂੰ ਸੋਟੀ ਵੀ ਚਾਹੀਦੀ ਹੈ, ਬਈ ਇਹ ਹੈ ਕੀ? ਭਾਵ ਮੇਰਾ ਕਹਿਣ ਦਾ ਕਿ ਕਬੀਰ ਸਾਹਿਬ ਨੇ ਉਸ ਸਮੇਂ ਇਹ ਗੱਲ ਕਰ ਦਿੱਤੀ ਕਿ ਜਹ ਮਾਰਗ ਪੰਡਤ ਗਏ ਪਾਛੇ ਭਰੀ ਬਹੀਰ, ਵੀ ਜਿਨ੍ਹਾਂ ਕਰਮ ਕਾਂਡਾਂ ਦੇ ਵਿੱਚ ਪੰਡਤ ਸੰਸਾਰ ਨੂੰ ਤੋਰ ਰਿਹਾ ਹੈ, ਉਹਨਾਂ ਦੇ ਪਿੱਛੇ ਭੀੜ ਤੁਰੀ ਫਿਰਦੀ ਹੈ। ਪਰ ਇੱਕ ਅਵ ਘਟ ਘਾਟੀ ਰਾਮ ਕੀ ਤਹ ਚੜ ਹੈ ਕਬੀਰ। ਇੱਕ ਬੜੀ ਔਖੀ ਬਿਖਮ ਘਾਟੀ ਹੈ ਰਾਮ ਦੇ ਨਾਮ ਦੀ ਘਾਟੀ, ਉਸ ਘਾਟੀ ਤੇ ਕਬੀਰ ਚੱਲ ਰਿਹਾ ਹੈ, ਤੇ ਨਾ ਹੀ ਕਬੀਰ ਦੇ ਨਾਲ ਕੋਈ ਚੱਲ ਰਿਹਾ ਤੇ ਨਾ ਹੀ ਕਬੀਰ ਦੇ ਪਿੱਛੇ ਕੋਈ ਆ ਰਿਹਾ। ਇਹ ਬੜੀ ਬਿਖਮ ਇੱਕ ਔਖੀ ਘਾਟੀ ਹੈ ਸੱਚ ਦੀ। ਸੱਚ ਨੂੰ ਬਰਦਾਸ਼ਤ ਕਰਨਾ ਇਹ ਬਹੁਤ ਹੀ ਇੱਕ ਆਪਣੇ ਆਪ ਵਿੱਚ ਵਿਲੱਖਣਤਾ ਹੈ, ਆਪਣੇ ਆਪ ਵਿੱਚ ਇੱਕ ਸੂਰਮਾ ਹੋਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਅਸੀਂ ਸੁਣ ਸਕੀਏ ਤੇ ਉਹ ਤੇ ਚੱਲ ਸਕੀਏ। ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਰੀ ਵਿਚਾਰਧਾਰਾ ਤੁਹਾਡੇ ਸਾਹਮਣੇ ਖੋਲ ਦਈਏ ਤਾਂ ਮੇਰੇ ਖਿਆਲ ਦੇ ਨਾਲ ਜੇ ਤੁਸੀਂ 100 ਜਾਣੇ ਬੈਠੇ ਹੋ ਤਾਂ 90 ਜਾਣਿਆਂ ਨੇ ਮੈਨੂੰ ਦੂਸਰੀ ਵਾਰ ਤੇ ਸਟੇਜ ਤੇ ਬੈਠਣ ਨਹੀਂ ਦੇਣਾ। ਜਿਸ ਤਰ੍ਹਾਂ ਸਤਿਗੁਰ ਕਬੀਰ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਕੋਈ ਸ਼ੰਕਾ ਨਹੀਂ ਰੱਖਿਆ, ਇਨਸਾਨ ਨੂੰ ਸਮਝਾਉਣ ਵਿੱਚ ਕੋਈ ਭੇਦ ਨਹੀਂ ਰੱਖਿਆ, ਇਸੇ ਤਰ੍ਹਾਂ ਅਸੀਂ ਵੀ ਬਾਣੀ ਨੂੰ ਪੜ੍ਹ ਕੇ ਆਪਣੇ ਜਿੰਨੇ ਵੀ ਸਾਡੇ ਮਨ ਵਿੱਚ ਭੇਦ ਨੇ, ਜਿੰਨੇ ਵੀ ਸ਼ੰਕੇ ਨੇ, ਉਹਨੂੰ ਨਿਵਰਤ ਕਰੀਏ, ਉਹਨਾਂ ਨੂੰ ਦੂਰ ਕਰੀਏ।